ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋਦਰ ਰਹਿਰਾਸ ਸਾਹਿਬ ਜੀ ਦੇ ਪਹਿਲੇ ਸ਼ਬਦ ਦੀ ਆਪਾਂ ਰਲ ਮਿਲ ਕਰਕੇ ਕੱਲ੍ਹ ਵਿਚਾਰ ਕੀਤੀ ਸੀ। ਦੂਸਰੇ ਸ਼ਬਦ ਦੀ ਵਿਚਾਰ ਅਤੇ ਪਾਠ ਆਓ ਪਹਿਲਾਂ ਆਰੰਭ ਕਰੀਏ, ਫਿਰ ਜਿਵੇਂ ਸਤਿਗੁਰੂ ਜੀ ਰਹਿਮਤ ਕਰਨਗੇ ਆਪਾਂ ਰਲ ਮਿਲ ਕਰਕੇ ਵਿਚਾਰ ਕਰਾਂਗੇ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਆਸਾ ਮਹੱਲਾ ਪਹਿਲਾ। ਸੁਣ ਵੱਡਾ ਆਖੈ ਸਭ ਕੋਏ, ਕੇਵਡ ਵੱਡਾ ਡੀਠਾ ਹੋਏ। ਕੀਮਤ ਪਾਏ ਨਾ ਕਹਿਆ ਜਾਏ, ਕਹਿਣੇ ਵਾਲੇ ਤੇਰੇ ਰਹੇ ਸਮਾਏ। ਵੱਡੇ ਮੇਰੇ ਸਾਹਿਬਾ, ਗਹਿਰ ਗੰਭੀਰਾ ਗੁਣੀ ਗਹੀਰਾ। ਕੋਈ ਨ ਜਾਣੈ ਤੇਰਾ ਕੀਤਾ ਕੇਵਡ ਚੀਰਾ। ਕੋਈ ਨ ਜਾਣੈ ਤੇਰਾ ਕੀਤਾ ਕੇਵਡ ਚੀਰਾ। ਰਹਾਉ ਸਭ ਸੁਰਤੀ ਮਿਲ ਸੁਰਤ ਕਮਾਈ। ਸਭ ਕੀਮਤ ਮਿਲ ਕੀਮਤ ਪਾਈ। ਗਿਆਨੀ ਧਿਆਨੀ ਗੁਰ ਗੁਰ ਹਾਈ। ਕਹਿਣ ਨ ਜਾਈ ਤੇਰੀ ਤਿਲ ਵਡਿਆਈ। ਸਭ ਸਤ ਸਭ ਤਪ ਸਭ ਚੰਗਿਆਈਆਂ। ਸਿੱਧਾਂ ਪੁਰਖਾਂ ਕੀਆਂ ਵਡਿਆਈਆਂ। ਤੁਧ ਵਿਣ ਸਿੱਧੀ ਕਿਨੈ ਨਾ ਪਾਈਆਂ। ਕਰਮ ਮਿਲੈ ਨਾਹੀ ਠਾਕ ਰਹਾਈਆ। ਆਖਣ ਵਾਲਾ ਕਿਆ ਵਿਚਾਰਾ। ਸਿਫਤੀ ਭਰੇ ਤੇਰੇ ਭੰਡਾਰਾ। ਜਿਸ ਤੂੰ ਦੇ ਤਿਸੈ ਕਿਆ ਚਾਰਾ। ਨਾਨਕ ਸੱਚ ਸਵਾਰਨ ਹਾਰਾ। ਪਾਤਸ਼ਾਹ ਜੀ ਦੀ ਇਹ ਬਾਣੀ, ਜਿਸ ਦਾ ਨਾਮ ਰਹਿਰਾਸ ਸਾਹਿਬ ਹੈ, ਜਿਸ ਦੀ ਆਪਾਂ ਰਲ ਮਿਲ ਕਰਕੇ ਵਿਚਾਰ ਕੀਤੀ ਹੈ, ਇਸ ਦਾ ਮੁੱਖ ਭਾਵ ਹੈ ਕਿ ਰਹਿਰਾਸ ਭਾਵ ਰਸਤੇ ਦੀ ਰਾਸ ਪੂੰਜੀ। ਰਾਸ ਤੋਂ ਭਾਵ ਹੈ ਪੂੰਜੀ ਅਤੇ ਰਹਿ ਤੋਂ ਭਾਵ ਹੈ ਰਸਤਾ। ਜਿਵੇਂ ਅਸੀਂ ਦੁਨਿਆਵੀ ਪਦਾਰਥਾਂ ਦਾ ਕੋਈ ਕਾਰੋਬਾਰ ਕਰਨਾ ਹੈ ਜਾਂ ਦੁਨਿਆਵੀ ਕਿਸੇ ਯਾਤਰਾ 'ਤੇ ਜਾਣਾ ਹੋਵੇ ਅਤੇ ਸਾਡੀ ਜੇਬ ਦੇ ਵਿੱਚ ਧਨ ਪਦਾਰਥ ਹੋਣਾ ਜ਼ਰੂਰੀ ਹੈ, ਪੂੰਜੀ ਹੋਣੀ ਜ਼ਰੂਰੀ ਹੈ। ਇਸੇ ਤਰ੍ਹਾਂ ਹੀ ਜੇ ਅਸੀਂ ਨਾਮ ਦਾ ਵਣਜ ਕਰਨਾ ਹੈ,
ਪ੍ਰਭੂ ਚਰਨਾਂ ਤੱਕ ਪਹੁੰਚਣਾ ਹੈ ਤੇ ਫਿਰ ਸਾਡੇ ਕੋਲ ਨਾਮ ਦੀ ਰਾਸ ਪੂੰਜੀ ਹੋਣੀ ਵੀ ਜ਼ਰੂਰੀ ਹੈ। ਇਸੇ ਲਈ ਸਿੱਖ ਨੂੰ ਇਹ ਹਦਾਇਤ ਹੈ ਕਿ ਉਸਨੇ ਨਿਤਾ ਪ੍ਰਤੀ ਇਸ ਬਾਣੀ ਦਾ ਪਾਠ ਕਰਨਾ ਹੀ ਕਰਨਾ ਹੈ, ਕਿਉਂਕਿ ਸਾਡੀ ਇਹ ਨਿਤ ਦੀ ਕਰਮ ਦੇ ਵਿੱਚ ਜੁੜੀ ਹੋਈ ਬਾਣੀ ਜਿਹੜੀ ਹੈ ਇਹ ਸਾਡੀ ਰਾਸ ਪੂੰਜੀ ਹੈ, ਭਾਵ ਸਾਡੀ ਰਸਤੇ ਦੀ ਪੂੰਜੀ ਹੈ, ਰਸਤੇ ਦਾ ਸਾਡਾ ਸਰਮਾਇਆ ਹੈ, ਜਿਸ ਨੂੰ ਅਸੀਂ ਰਾਹਦਾਰੀ ਵੀ ਕਹਿ ਸਕਦੇ ਹਾਂ। ਕਿ ਜੇ ਕਿਸੇ ਦੂਸਰੇ ਦੇਸ਼ ਦੇ ਵਿੱਚ ਐਂਟਰ ਹੋਣਾ ਹੋਵੇ ਅਤੇ ਸਾਨੂੰ ਉੱਥੇ ਦੀ ਰਾਹਦਾਰੀ ਵੀਜ਼ਾ ਜ਼ਰੂਰੀ ਹੈ, ਅਤੇ ਜੇ ਪ੍ਰਭੂ ਚਰਨਾਂ ਦੇ ਵਿੱਚ ਅਭੇਦ ਹੋਣਾ ਹੈ ਅਤੇ ਸਾਡੇ ਕੋਲ ਨਾਮ ਦੀ ਪੂੰਜੀ ਦਾ ਹੋਣਾ ਵੀ ਜ਼ਰੂਰੀ ਹੈ। ਅਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੀ ਇਸ ਬਾਣੀ ਨੇ ਬਾਬਤ ਜਦੋਂ ਕੱਲ੍ਹ ਆਰੰਭਤਾ ਕੀਤੀ ਅਤੇ 2-3 ਜਣਿਆਂ ਨੇ ਇਹ ਸਵਾਲ ਵੀ ਕੀਤਾ, ਇੱਥੇ ਦਰਬਾਰ ਦੇ ਵਿੱਚ ਵੀ ਕੀਤਾ ਅਤੇ ਇੱਕ ਫੋਨ ਵੀ ਆਇਆ ਕਿ ਗੁਟਕਾ ਸਾਹਿਬ ਦੇ ਵਿੱਚ ਬਾਣੀ ਜਿਹੜੀ ਹੈ ਉਹ ਅਲੱਗ-ਅਲੱਗ ਰੂਪਾਂ ਦੇ ਵਿੱਚ ਲਿਖੀ ਹੋਈ ਹੈ। ਜੋ ਅਸੀਂ ਸਾਡੇ ਹੱਥ ਦੇ ਵਿੱਚ ਗੁਟਕਾ ਸਾਹਿਬ ਹੈ, ਇਸ ਦੇ ਵਿੱਚ ਬਾਣੀ ਜੋ ਸ਼ੁਰੂ ਹੋ ਰਹੀ ਹੈ ਸੋਦਰ ਰਾਗ ਆਸਾ ਮਹੱਲਾ ਪਹਿਲਾ, ਇੱਥੋਂ ਬਾਣੀ ਦੀ ਆਰੰਭਤਾ ਹੋ ਜਾਂਦੀ ਹੈ। ਗਾਵਨ ਤੁਧਨੂੰ ਜਤੀ ਸਤੀ ਸੰਤੋਖੀ, ਅਸੀਂ ਸੋਦਰ ਤੇਰਾ ਸੋ ਕਰਕੇ ਪੜ੍ਹਨਾ ਸ਼ੁਰੂ ਕਰ ਦਿੰਦੇ ਹਾਂ। ਬਹੁਤੇ ਗੁਟਕਾ ਸਾਹਿਬ ਹਨ, ਉਹਨਾਂ ਦੇ ਵਿੱਚ ਆਸਾ ਮਹੱਲਾ ਸ਼ਲੋਕ ਮਹੱਲਾ ਪਹਿਲਾ, ਦੁੱਖ ਦਾਰੂ ਸੁਖ ਰੋਗ ਪਿਆ ਜਾ ਸੁਖ ਤਾਮ ਨਾ ਹੋਈ, ਇੱਥੋਂ ਆਰੰਭਤਾ ਹੁੰਦੀ ਹੈ। ਬਹੁਤੇ ਗੁਟਕਾ ਸਾਹਿਬ ਹਨ ਜਿਨ੍ਹਾਂ ਦੇ ਵਿੱਚ ਹਰ ਜੁਗ ਜੁਗ ਭਗਤ ਉਪਾਇਆ ਪੈਜ ਰੱਖਦਾ ਆਇਆ ਰਾਮ ਰਾਜੇ, ਇਸ ਸ਼ਬਦ ਤੋਂ ਇਸ ਬਾਣੀ ਦੀ ਆਰੰਭਤਾ ਹੁੰਦੀ ਹੈ। ਦਰਬਾਰ ਸਾਹਿਬ ਜਦੋਂ ਰਹਿਰਾਸ ਸਾਹਿਬ ਦਾ ਪਾਠ ਆਰੰਭ ਹੁੰਦਾ ਹੈ ਅਤੇ ਉੱਥੇ ਹਰ ਜੁਗ ਜੁਗ ਭਗਤ ਉਪਾਇਆ ਪੈਜ ਰੱਖਦਾ ਆਇਆ ਰਾਮ ਰਾਜੇ ਵਾਲੀ ਜਿਹੜਾ ਸ਼ਬਦ ਹੈ ਉਸ ਤੋਂ ਆਰੰਭ ਹੁੰਦਾ ਹੈ। ਅਤੇ ਜਿਹੜਾ ਸ਼੍ਰੀ ਅਕਾਲ ਤਖਤ ਸਾਹਿਬ ਹੈ, ਜਿੱਥੋਂ ਸਾਨੂੰ ਸਿੱਖ ਰਹਿਤ ਮਰਿਆਦਾ ਜੀਵਨ ਜਾਚ ਦੀ ਪ੍ਰਾਪਤੀ ਹੁੰਦੀ ਹੈ, ਉੱਥੇ ਜਿਹੜੀ ਰਹਿਰਾਸ ਸਾਹਿਬ ਹੈ ਉਹ ਇਸ ਜਿਵੇਂ ਗੁਟਕਾ ਸਾਹਿਬ ਦੇ ਵਿੱਚ ਹੈ ਸੋਦਰ ਰਾਗ ਆਸਾ ਮਹੱਲਾ ਪਹਿਲਾ, ਉੱਥੇ ਇੱਥੋਂ ਆਰੰਭਤਾ ਹੁੰਦੀ ਹੈ। ਬਹੁਤੇ ਗੁਟਕਿਆ ਸਾਹਿਬ ਦੇ ਵਿੱਚ ਜਦੋਂ ਅਸੀਂ ਅੰਤ ਤੱਕ ਪਹੁੰਚਾਂਗੇ ਅਤੇ ਜਿਵੇਂ ਇਸ ਗੁਟਕਾ ਸਾਹਿਬ ਦੇ ਅੰਦਰ ਜਿਹੜੀ ਹੈ ਸਮਾਪਤੀ ਤੇਰਾ ਕੀਤਾ ਜਾਤੋਂ ਨਾਹੀਂ ਵਾਲੇ ਸ਼ਬਦ 'ਤੇ ਜਾ ਕੇ ਹੋ ਜਾਂਦੀ ਹੈ। ਅਤੇ ਬਹੁਤੇ ਗੁਟਕਿਆ ਸਾਹਿਬ ਦੇ ਵਿੱਚ ਜਾ ਕੇ ਸਮਾਪਤੀ ਹੁੰਦੀ ਹੈ ਤੇ ਸਾਹਿਬ ਕੀ ਟੇਕ ਨਾਨਕ ਮਨੈ ਮਾਹੇ, ਜਿਸ ਸਿਮਰਤ ਸੁਖ ਹੋਏ ਸਗਲੇ ਦੁਖ ਜਾਏ। ਇਸ ਗੁਟਕਾ ਸਾਹਿਬ ਦੇ ਅੰਦਰ ਜਿਹੜੀ ਚੌਪਈ ਸਾਹਿਬ ਉਸਦੇ 25 ਪਦੇ ਹਨ, ਇੱਕ ਸਵਈਆ ਅਤੇ ਇੱਕ ਦੋਹਰਾ ਹੈ। ਅਤੇ ਬਹੁਤੇ ਗੁਟਕਿਆ ਸਾਹਿਬ ਦੇ ਅੰਦਰ ਜਿਹੜੀ ਚੌਪਈ ਸਾਹਿਬ ਹੈ ਉਹ ਬਹੁਤ ਵੱਡੀ ਹੈ, ਉਸਨੂੰ ਵੱਡੀ ਰਹਿਰਾਸ ਵੀ ਕਹਿੰਦੇ ਹਨ। ਪਰ ਜੋ ਅਸੀਂ ਰਲ ਮਿਲ ਕਰਕੇ ਵਿਚਾਰ ਕਰਨੀ ਹੈ, ਕਿਉਂਕਿ ਅਸੀਂ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹਾਂ, ਉਸ ਅਸਥਾਨ ਦੇ ਅਨੁਸਾਰ ਜੋ ਸਾਨੂੰ ਸਿੱਖ ਰਹਿਤ ਮਰਿਆਦਾ ਦੱਸੀ ਗਈ ਹੈ, ਅਸੀਂ ਯਤਨ ਕਰਦੇ ਹਾਂ ਕਿ ਗੁਰੂ ਘਰ ਦੇ ਅੰਦਰ ਵੀ ਉਹ ਮਰਿਆਦਾ ਨੂੰ ਲਾਗੂ ਕਰੀਏ, ਆਪਣੇ ਜੀਵਨ ਦੇ ਅੰਦਰ ਵੀ ਉਸ ਮਰਿਆਦਾ ਨੂੰ ਲਾਗੂ ਕਰੀਏ। ਇਸ ਲਈ ਜੋ ਸਿੱਖ ਰਹਿਤ ਮਰਿਆਦਾ ਦੇ ਅੰਦਰ ਸ਼੍ਰੀ ਸੋਦਰ ਰਹਿਰਾਸ ਸਾਹਿਬ ਜੀ ਦਾ ਪਾਠ ਹੈ, ਅਸੀਂ ਕੇਵਲ ਉਹਨੇ ਪਾਠ ਦੀ ਵਿਚਾਰ ਕਰਾਂਗੇ। ਵਾਧੂ ਪਾਠ ਕਰਨਾ, ਚਾਹੇ ਅਸੀਂ ਹਰ ਜੁਗ ਜੁਗ ਭਗਤੋ ਪਾਇਆ ਤੋਂ ਸ਼ੁਰੂ ਕਰੀਏ, ਦੁੱਖ ਦਾਰੂ ਸੁਖ ਰੋਗ ਪਿਆ ਤੋਂ ਸ਼ੁਰੂ ਕਰੀਏ, ਉਹ ਗਲਤ ਨਹੀਂ ਹੈ। ਪਰ ਅਸੀਂ ਮਰਿਆਦਾ ਜੋ ਹੈ ਉਸ ਦੇ ਅਨੁਸਾਰ ਹੀ ਆਪ ਜੀ ਦੇ ਨਾਲ ਰਲ ਮਿਲ ਕਰਕੇ ਵਿਚਾਰ ਕਰਨੀ ਹੈ। ਇਸ ਲਈ ਮਨ ਦੇ ਅੰਦਰ ਸ਼ੰਕਾ ਨਹੀਂ ਕਰਨਾ ਕਿ ਬਾਣੀ ਇੱਥੋਂ ਤੱਕ ਹੈ ਜਾਂ ਇੱਥੋਂ ਤੱਕ ਹੈ। ਬਾਣੀ ਅਸੀਂ ਜਿੰਨੀ ਜ਼ਿਆਦਾ ਪੜ੍ਹੀਏ ਓਨਾ ਸਾਨੂੰ ਆਤਮਿਕ ਤੌਰ 'ਤੇ ਲਾਭ ਹੈ। ਪਰ ਜੋ ਸ਼੍ਰੀ ਅਕਾਲ ਤਖਤ ਸਾਹਿਬ ਦੀ ਮਰਿਆਦਾ ਹੈ, ਸਾਨੂੰ ਉਸ ਨੂੰ ਵੀ ਆਪਣੇ ਧਿਆਨ ਦੇ ਵਿੱਚ ਰੱਖਣਾ ਜ਼ਰੂਰੀ ਹੈ। ਇਸ ਲਈ ਬਹੁਤੇ ਗੁਟਕਿਆ ਸਾਹਿਬ ਦੇ ਵਿੱਚ ਇਹ ਬਾਣੀ ਜਿਹੜੀ ਹੈ ਅਲੱਗ-ਅਲੱਗ ਤਰੀਕੇ ਦੇ ਨਾਲ ਆਰੰਭ ਹੁੰਦੀ ਹੈ ਅਤੇ ਸਮਾਪਤ ਹੁੰਦੀ ਹੈ। ਜਿਹੜੇ ਸੰਪਰਦਾਇ ਹਨ ਉਹਨਾਂ ਦੇ ਗੁਟਕਿਆਂ ਦੇ ਵਿੱਚ ਹੋਰ ਤਰੀਕੇ ਦੇ ਨਾਲ ਹਨ, ਜਿਹੜੇ ਟਕਸਾਲੀ ਹਨ ਉਹਨਾਂ ਦੇ ਗੁਟਕਿਆਂ ਦੇ ਵਿੱਚ ਹੋਰ ਹਿਸਾਬ ਦੇ ਨਾਲ ਹੈ। ਇਸ ਲਈ ਕਿਸੇ ਦੇ ਉੱਤੇ ਕੋਈ ਕਟਾਕਸ਼ ਨਹੀਂ ਹੈ, ਕਿੰਤੂ ਪਰੰਤੂ ਨਹੀਂ ਹੈ। ਸਾਨੂੰ ਜੋ ਅਕਾਲ ਤਖਤ ਸਾਹਿਬ ਦੇ ਵੱਲੋਂ ਪ੍ਰਾਪਤ ਹੋਈ ਹੈ, ਅਸੀਂ ਉਸ ਬਾਣੀ ਦੀ ਹੀ ਰਲ ਮਿਲ ਕਰਕੇ ਵਿਚਾਰ ਕਰਨੀ ਹੈ। ਸਤਿਗੁਰੂ ਪਾਤਸ਼ਾਹ ਜੀ
ਅੱਜ ਦੇ ਸ਼ਬਦ ਦੇ ਅੰਦਰ ਕਿਰਪਾ ਕਰ ਦੇਣ ਆਸਾ ਮਹੱਲਾ ਪਹਿਲਾ, ਭਾਵ ਆਸਾ ਰਾਗ ਦੇ ਅੰਦਰ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦਾ ਇਹ ਪਾਵਨ ਸ਼ਬਦ ਹੈ। ਸੁਣ ਵੱਡਾ ਆਖੈ ਸਭ ਕੋਏ। ਇੱਕ ਦੂਸਰੇ ਤੋਂ ਸੁਣ ਕੇ ਸਾਰੇ ਹੀ ਲੋਕ ਆਖਦੇ ਹਨ ਕਿ ਪਰਮਾਤਮਾ ਬਹੁਤ ਵੱਡਾ ਹੈ, ਬਹੁਤ ਵੱਡਾ ਹੈ। ਕੇਵਡ ਵੱਡਾ ਡੀਠਾ ਹੋਏ। ਕਿੱਡਾ ਵੱਡਾ ਹੈ, ਕਿੱਡਾ ਬੇਅੰਤ ਹੈ। ਜਿੰਨਾ ਚਿਰ ਅਸੀਂ ਉਸਦੇ ਦੀਦਾਰ ਨਹੀਂ ਕਰਦੇ, ਸਾਨੂੰ ਓਨਾ ਚਿਰ ਨਹੀਂ ਪਤਾ ਲੱਗੇਗਾ ਕਿ ਉਹ ਅਕਾਲ ਪੁਰਖ ਪਰਮਾਤਮਾ ਕਿੱਡਾ ਵੱਡਾ ਹੈ, ਬੇਅੰਤ ਹੈ। ਕਹਿਣ ਨੂੰ ਅਸੀਂ ਕਹਿ ਦਾਂਗੇ ਕਿ ਪਰਮਾਤਮਾ ਬੇਅੰਤ ਹੈ, ਅਨੇਕਾਂ ਗੁਣਾਂ ਦਾ, ਸਮਸਤ ਗੁਣਾਂ ਦਾ ਉਹ ਮਾਲਕ ਹੈ। ਪਰ ਜਿੰਨਾ ਚਿਰ ਅਸੀਂ ਦੇਖਾਂਗੇ ਨਹੀਂ, ਸਾਡੇ ਮਨ ਅੰਦਰ ਕਿਤੇ ਨਾ ਕਿਤੇ ਸ਼ੰਕਾ ਵੀ ਰਹਿ ਸਕਦਾ ਹੈ ਅਤੇ ਸਾਡੇ ਮਨ ਨੂੰ ਪੂਰਨ ਤੌਰ 'ਤੇ ਦੇਖਣ ਤੋਂ ਬਿਨਾਂ ਤਸੱਲੀ ਵੀ ਨਹੀਂ ਹੋ ਸਕਦੀ। ਇਸ ਲਈ ਪਾਤਸ਼ਾਹ ਜੀ ਕਿਰਪਾ ਕਰ ਦੇਣ। ਸੁਣ ਕੇ ਸਾਰੇ ਕਹਿੰਦੇ ਹਨ ਕਿ ਉਹ ਬਹੁਤ ਵੱਡਾ ਹੈ, ਪਰ ਕਿੱਡਾ ਵੱਡਾ ਹੈ ਉਹ ਉਸ ਦਾ ਦੀਦਾਰ ਕਰਨ ਤੋਂ ਬਾਅਦ ਹੀ, ਡੀਠਾ ਤੋਂ ਭਾਵ ਹੈ ਦੇਖਣਾ, ਉਸ ਨੂੰ ਦੇਖਣ ਤੋਂ ਬਾਅਦ, ਉਸ ਦੇ ਵਿੱਚ ਅਭੇਦ ਹੋਣ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਪਰਮਾਤਮਾ ਕਿੱਡਾ ਵੱਡਾ ਹੈ। ਕੀਮਤ ਪਾਏ ਨਾ ਕਹਿਆ ਜਾਏ। ਉਸ ਅਕਾਲ ਪੁਰਖ ਪਰਮਾਤਮਾ ਦੇ ਗੁਣਾਂ ਦੀ ਕੀਮਤ ਵੀ ਨਹੀਂ ਪਾਈ ਜਾ ਸਕਦੀ, ਉਸ ਨੂੰ ਪੂਰਨ ਤੌਰ 'ਤੇ ਨਾਪਿਆ ਜੋਖਿਆ ਵੀ ਨਹੀਂ ਜਾ ਸਕਦਾ ਅਤੇ ਨਾ ਹੀ ਉਸ ਨੂੰ ਪੂਰਨ ਤੌਰ 'ਤੇ ਬੋਲ ਕੇ ਦੱਸਿਆ ਜਾ ਸਕਦਾ ਹੈ। ਕਿਉਂਕਿ ਉਹ ਕਥਨਾ ਕਥੀ ਨਾ ਆਵੈ, ਟੋਟ ਕਥ ਕਥ ਕਥੀ ਕੋਟੀ ਕੋਟ। ਕੋਟ ਉਸਦੇ ਬਾਰੇ ਕਰੋੜਾਂ ਹੀ ਜਵਾਨਾਂ ਜਿਹੜੀਆਂ ਹਨ ਇਸ ਸੰਸਾਰ ਤੋਂ ਵਿਖਿਆਨ ਕਰਦੀਆਂ ਚਲ ਗਈਆਂ, ਪਰ ਉਸਦੇ ਗੁਣਾਂ ਦੇ ਵਿੱਚ ਅਜੇ ਤੱਕ ਕਦੇ ਤੋਟ ਨਹੀਂ ਆਈ ਕਿ ਉਸਦੇ ਗੁਣਾਂ ਨੂੰ ਕੋਈ ਪੂਰਨ ਤੌਰ 'ਤੇ ਗਿਣ ਸਕੇ ਜਾਂ ਬਿਆਨ ਕਰ ਸਕੇ। ਕਹਿਣੇ ਵਾਲੇ ਤੇਰੇ ਰਹੇ ਸਮਾਏ। ਤੇਰੀ ਕੀਮਤ ਪਾਉਂਦਿਆਂ ਤੇਰੇ ਗੁਣ ਗਾਉਣ ਵਾਲੇ ਤੇਰੇ ਵਿੱਚ ਹੀ ਆਖਰ ਨੂੰ ਸਮਾ ਜਾਂਦੇ ਹਨ, ਅਭੇਦ ਹੋ ਜਾਂਦੇ ਹਨ। ਪਰ ਤੇਰੇ ਗੁਣਾਂ ਦੀ ਵਡਿਆਈ ਬੋਲ ਕੇ ਨਹੀਂ ਦੱਸ ਸਕਦੇ, ਨਾਪ ਕੇ ਵੀ ਨਹੀਂ ਦੱਸ ਸਕਦੇ, ਉਸ ਦੀ ਕੀਮਤ ਵੀ ਨਹੀਂ ਲਗਾ ਸਕਦੇ। ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹੀਰਾ। ਗਹਿਰ ਤੋਂ ਭਾਵ ਹੈ ਡੂੰਘਾ, ਗੰਭੀਰ ਤੋਂ ਭਾਵ ਹੈ ਬਹੁਤ ਡੂੰਘਾ। ਅਤੇ ਪਾਤਸ਼ਾਹ ਜੀ ਕਿਰਪਾ ਕਰਦੇ ਨੇ, ਹੇ ਮੇਰੇ ਵੱਡੇ ਸਾਹਿਬ, ਮੇਰੇ ਮਾਲਕ, ਤੂੰ ਗਹਿਰਾ, ਬਹੁਤ ਗਹਿਰਾ ਪਾਣੀ ਦੇ ਸਮੁੰਦਰ ਵਾਂਗ ਹੈ। ਤੇਰੀ ਗਹਿਰਾਈ ਵੀ ਨਾਪੀ ਨਹੀਂ ਜਾ ਸਕਦੀ। ਗੁਣੀ ਗਹੀਰਾ, ਤੂੰ ਬਹੁਤ ਸਾਰੇ ਗੁਣਾਂ ਦਾ ਖਜ਼ਾਨਾ ਹੈ। ਤੇਰੇ ਗੁਣਾਂ ਦੇ ਖਜ਼ਾਨੇ ਦਾ ਵੀ ਪੂਰਨ ਤੌਰ 'ਤੇ ਪਤਾ ਨਹੀਂ ਲਗਾਇਆ ਜਾ ਸਕਦਾ। ਕੋਈ ਨਾ ਜਾਣੈ ਤੇਰਾ ਕੀਤਾ ਕੇਵੜ ਚੀਰਾ। ਚੀਰਾ ਤੋਂ ਭਾਵ ਹੁੰਦਾ ਹੈ ਵਿਸਥਾਰ। ਅਤੇ ਪਾਤਸ਼ਾਹ ਜੀ ਕਿਰਪਾ ਕਰਦੇ ਨੇ, ਕੋਈ ਵੀ ਮਨੁੱਖ ਨਹੀਂ ਜਾਣ ਸਕਦਾ ਕਿ ਤੇਰਾ ਇਹ ਜਿਹੜਾ ਕੀਤਾ ਹੋਇਆ ਸ੍ਰਿਸ਼ਟੀ ਦਾ ਪਸਾਰਾ ਹੈ, ਇਹ ਸ੍ਰਿਸ਼ਟੀ ਦਾ ਜਿਹੜਾ ਵਿਸਥਾਰ ਹੈ, ਸ੍ਰਿਸ਼ਟੀ ਦੀ ਜਿਹੜੀ ਰਚਨਾ ਹੈ ਉਹ ਕਿੱਡੀ ਵੱਡੀ ਹੈ, ਕਿੰਨੀ ਵਿਸ਼ਾਲ ਹੈ, ਇਹ ਕੋਈ ਵੀ ਨਹੀਂ ਜਾਣ ਸਕਦਾ। ਕੇਵੜ, ਜੇਵੜ, ਤੇਵੜ ਅਤੇ ਏਵੜ, ਇਹ ਸ਼ਬਦ ਰਹਿਰਾਸ ਸਾਹਿਬ ਦੇ ਵਿੱਚ ਵੀ ਆਉਣਗੇ, ਅਗਾਂਹ ਬਾਣੀਆਂ ਦੇ ਵਿੱਚ ਵੀ ਬਹੁਤ ਸਾਰੇ ਆਉਣਗੇ। ਕੇਵੜ ਤੋਂ ਭਾਵ ਹੈ ਕਿੱਡਾ ਵੱਡਾ, ਜੇਵੜ ਤੋਂ ਭਾਵ ਹੈ ਜਿੱਡਾ ਵੱਡਾ, ਏਵੜ ਤੋਂ ਭਾਵ ਹੈ ਇੰਨਾ ਵੱਡਾ, ਤੇਵੜ ਤੋਂ ਭਾਵ ਹੈ ਤੇਰੇ ਵਰਗਾ ਵੱਡਾ। ਇਸ ਲਈ ਪਾਤਸ਼ਾਹ ਜੀ ਕਿਰਪਾ ਕਰ ਦੇਣ, ਤੂੰ ਕਿੱਡਾ ਵੱਡਾ ਹੈ, ਤੇਰਾ ਵਿਸਥਾਰ ਕਿੱਡਾ ਵੱਡਾ ਹੈ, ਉਸ ਨੂੰ ਕੋਈ ਵੀ ਪੂਰਨ ਤੌਰ 'ਤੇ ਨਹੀਂ ਦੱਸ ਸਕਦਾ। ਰਹਾਉ ਸਭ ਸੁਰਤੀ ਮਿਲ ਸੁਰਤ ਕਮਾਈ। ਸੁਰਤੀ ਸਾਡੀ ਇੱਕ ਤੋਂ ਵੱਧ ਜਿਹੜੇ ਹਨ ਸੁਰਤਾਂ ਜੋੜ ਕੇ ਪਰਮਾਤਮਾ ਦੀ ਸਿਫਤ ਸਲਾਹ ਕਰਨ ਵਾਲੇ, ਪਰਮਾਤਮਾ ਦੇ ਗੁਣ ਗਾਉਣ ਵਾਲੇ ਪਾਤਸ਼ਾਹ ਜੀ ਕਿਰਪਾ ਕਰਦੇ ਹਨ। ਉਹਨਾਂ ਨੇ ਆਪਣੀ ਸਾਰੀ ਕਮਾਈ ਜੋੜ ਕੇ ਸਭ ਸੁਰਤੀ ਮਿਲ ਸੁਰਤ ਕਮਾਈ, ਜਿਹੜੀਆਂ ਆਪਣੀਆਂ ਸੁਰਤਾਂ ਜੁੜ ਕੇ ਸ਼ਕਤੀ ਪ੍ਰਾਪਤ ਕੀਤੀ ਜਾਂ ਗਿਆਨ ਪ੍ਰਾਪਤ ਕੀਤਾ, ਉਸ ਗਿਆਨ ਦੇ ਨਾਲ ਉਹਨਾਂ ਨੇ ਕੀ ਕੀਤਾ, ਸਭ ਕੀਮਤ ਮਿਲ ਕੀਮਤ ਪਾਈ। ਸਾਰਿਆਂ ਨੇ ਇਹ ਯਤਨ ਕੀਤਾ ਕਿ ਹੇ ਪ੍ਰਭੂ, ਤੇਰੇ
कीमत पाई जावे, तेरा अंत पाया जावे, तेरे गुणां नूं पूर्ण तौर ते बोल के जां लिख के दस्या जावे। ਗਿਆਨੀ ਧਿਆਨੀ ਗੁਰ ਗੁਰ ਹਾਈ। ਗਿਆਨਵਾਨ, ਧਿਆਨ ਲਗਾਉਣ ਵਾਲੇ, ਆਪਣੇ ਆਪ ਨੂੰ ਗੁਰੂ ਕਹਾਉਣ ਵਾਲੇ ਜਾਂ ਗੁਰ ਭਾਈ, ਗੁਣੀ ਜਨ, ਇਹਨਾਂ ਸਾਰਿਆਂ ਨੇ ਵੀ ਯਤਨ ਕੀਤਾ, ਪਰ ਕਹਿਣ ਨਾ ਜਾਈ ਤੇਰੀ ਤਿਲ ਵਡਿਆਈ। ਪਰ ਹੇ ਪ੍ਰਭੂ, ਇਹ ਸਾਰੇ ਰਲ ਕੇ ਸੁਰਤੀਆਂ ਜੋੜਨ ਵਾਲੇ, ਕੀਮਤਾਂ ਪਾਉਣ ਵਾਲੇ, ਗਿਆਨ ਧਿਆਨ ਦੇ ਵਿੱਚ ਨਿਪੁੰਨ ਹੋਣ ਵਾਲੇ ਵੀ ਤੇਰੀ ਵਡਿਆਈ ਨੂੰ ਕਹਿ ਨਹੀਂ ਸਕੇ। ਕਹਿਣ ਨਾ ਜਾਈ ਤੇਰੀ ਤਿਲ ਵਡਿਆਈ। ਇਹ ਸਾਰੇ ਰਲ ਕੇ ਵੀ ਤੇਰੀ ਤਿਲ ਮਾਤਰ ਜਿੰਨੀ ਵਡਿਆਈ ਨੂੰ ਬੋਲ ਕੇ ਹੀ ਨਹੀਂ ਦੱਸ ਸਕੇ ਕਿ ਪਰਮਾਤਮਾ ਕਿੱਡਾ ਵੱਡਾ ਹੈ। ਉਸ ਨੂੰ ਤਿਲ ਮਾਤਰ ਵੀ ਵਡਿਆਈ ਜਿਹੜੀ ਹੈ ਇਹ ਜਾਣ ਨਹੀਂ ਸਕੇ। ਪੂਰਨ ਤੌਰ 'ਤੇ ਜਾਣਨਾ ਤੇ ਬਹੁਤ ਬਾਤ ਹੈ। ਇੱਕ ਤਿਲ ਕਿੱਡਾ ਕੁ ਹੁੰਦਾ ਹੈ, ਇੰਨੀ ਕੁ ਵੀ ਪਰਮਾਤਮਾ ਦੀ ਵਡਿਆਈ ਸਾਰੇ ਰਲ ਕੇ ਨਹੀਂ ਜਾਣ ਸਕੇ। ਪਾਤਸ਼ਾਹ ਜੀ ਕਿਰਪਾ ਕਰਦੇ ਨੇ। ਸਭ ਸਤ, ਸਭ ਤਪ, ਸਭ ਚੰਗਿਆਈਆਂ। ਜਿੰਨੇ ਸਤ ਹਨ, ਜਿੰਨੇ ਤਪ ਹਨ, ਜਿੰਨੀਆਂ ਚੰਗਿਆਈਆਂ ਹਨ, ਸਿੱਧਾਂ ਪੁਰਖਾਂ ਕੀਆਂ ਵਡਿਆਈਆਂ। ਜਿੰਨੀਆਂ ਸਿੱਧ ਪੁਰਖਾਂ ਨੂੰ, ਚਾਹੇ ਕੋਈ ਜਤੀ ਹੈ, ਚਾਹੇ ਕੋਈ ਤਪੀ ਹੈ, ਚਾਹੇ ਕੋਈ ਸਾਧੂ ਹੈ, ਸੰਤ ਹੈ, ਗੁਰਮੁਖ ਹੈ, ਗਿਆਨੀ ਹੈ, ਧਿਆਨੀ ਹੈ, ਇਹਨਾਂ ਦੇ ਕੋਲ ਜਿੰਨੀਆਂ ਵਡਿਆਈਆਂ ਹਨ, ਸਿੱਧਾਂ ਪੁਰਖਾਂ ਕੀਆਂ ਵਡਿਆਈਆਂ, ਜਿੰਨੀਆਂ ਇਹਨਾਂ ਨੂੰ ਤਾਕਤਾਂ ਸਾਰਿਆਂ ਨੂੰ ਮਿਲੀਆਂ ਹਨ, ਤੁਧ ਵਿਣ ਸਿੱਧੀ ਕਿਨੈ ਨਾ ਪਾਈਆਂ। ਤੇਰੇ ਤੋਂ ਬਿਨਾਂ ਕਿਸੇ ਨੂੰ ਇਹ ਤਾਕਤਾਂ ਨਹੀਂ ਮਿਲੀਆਂ। ਇਹਨਾਂ ਸਾਰਿਆਂ ਨੂੰ, ਜਤੀਆਂ ਸਤੀਆਂ, ਸਿੱਧਾਂ ਜੋਗੀਆਂ ਨੂੰ, ਸਾਧੂ ਪੁਰਖਾਂ ਨੂੰ, ਗੁਣੀ ਗਿਆਨੀਆਂ ਨੂੰ ਜਿਹੜੀਆਂ ਵਡਿਆਈਆਂ ਦੇਣ ਵਾਲਾ ਹੈ ਜਾਂ ਸ਼ਕਤੀਆਂ ਦੇਣ ਵਾਲਾ ਹੈ, ਹੇ ਪ੍ਰਭੂ ਤੂੰ ਹੀ ਹੈ। ਤੇਰੇ ਤੋਂ ਬਿਨਾਂ ਇਹਨਾਂ ਨੂੰ ਕਿਤੋਂ ਵੀ ਕੁਝ ਤਾਕਤ ਪ੍ਰਾਪਤ ਨਹੀਂ ਹੋ ਸਕਦੀ। ਕਰਮ ਮਿਲੈ ਨਾਹੀਂ ਠਾਕ ਰਹਾਈਆਂ। ਠਾਕ ਤੋਂ ਭਾਵ ਹੈ ਰੋਕ। ਅਤੇ ਜਦੋਂ ਤੂੰ ਇਹਨਾਂ ਨੂੰ ਇਹ ਦਾਤਾਂ ਦਿੰਦਾ ਹੈ, ਇਹਨਾਂ ਦੇ ਉੱਤੇ ਬਖਸ਼ਿਸ਼ ਕਰਦਾ ਹੈ, ਕਰਮ ਤੋਂ ਭਾਵ ਹੈ ਬਖਸ਼ਿਸ਼, ਪਰਮਾਤਮਾ ਦੀ ਕਿਰਪਾ। ਜਦੋਂ ਤੂੰ ਇਹਨਾਂ ਨੂੰ ਇਹ ਕਿਰਪਾ ਦੇ ਨਾਲ ਬਖਸ਼ਿਆਂ ਕਰਕੇ ਦਾਤਾਂ ਦਿੰਦਾ ਹੈ, ਅਤੇ ਫਿਰ ਕਿਸੇ ਦੇ ਵਿੱਚ ਕੋਈ ਤਾਕਤ ਨਹੀਂ ਦੂਸਰੇ ਦੇ ਵਿੱਚ ਕਿ ਇਹਨਾਂ ਨੂੰ ਮਿਲਣ ਵਾਲੀਆਂ ਤਾਕਤਾਂ ਸ਼ਕਤੀਆਂ ਦੇ ਵਿੱਚ ਜਾਂ ਵਡਿਆਈਆਂ ਦੇ ਵਿੱਚ ਕੋਈ ਰੋਕ ਪਾ ਸਕੇ। ਕਰਮ ਮਿਲੈ, ਤੇਰੀ ਕਿਰਪਾ ਦੇ ਨਾਲ ਜਦੋਂ ਇਹ ਦਾਤਾਂ ਮਿਲਦੀਆਂ ਹਨ, ਨਾ ਹੀ ਠਾਕ ਰਹਾਈਆਂ, ਫਿਰ ਦੂਸਰਾ ਕੋਈ ਇਹਨਾਂ ਨੂੰ ਮਿਲਣ ਵਾਲੀਆਂ ਵਡਿਆਈਆਂ ਦੇ ਵਿੱਚ ਰੋਕ ਨਹੀਂ ਪਾ ਸਕਦਾ, ਬੰਨ ਨਹੀਂ ਮਾਰ ਸਕਦਾ। ਆਖਣ ਵਾਲਾ ਕਿਆ ਵਿਚਾਰਾ। ਉਹ ਅਕਾਲ ਪੁਰਖ ਪਰਮਾਤਮਾ ਐਡਾ ਵੱਡਾ ਹੈ, ਐਡਾ ਬੇਅੰਤ ਹੈ ਕਿ ਕੋਈ ਵੀ ਆਖਣ ਵਾਲਾ ਉਸ ਦੀ ਪੂਰਨ ਤੌਰ 'ਤੇ ਕਿਆ ਵਿਚਾਰਾ, ਉਸ ਦੀ ਵਿਚਾਰ ਨਹੀਂ ਦੱਸ ਸਕਦਾ। ਸਿਫਤੀ ਭਰੇ ਤੇਰੇ ਭੰਡਾਰਾ। ਤੇਰੇ ਭੰਡਾਰ, ਤੇਰੇ ਖਜ਼ਾਨੇ ਗੁਣਾਂ ਦੇ ਨਾਲ, ਸਿਫਤਾਂ ਦੇ ਨਾਲ, ਵਡਿਆਈਆਂ ਰਹਿਮਤਾਂ ਦੇ ਨਾਲ ਭਰੇ ਪਏ ਹਨ। ਕੋਈ ਮਨੁੱਖ ਕਿੰਨੀਆਂ ਕੁ ਸਿਫਤਾਂ ਪਰਮਾਤਮਾ ਦੀਆਂ ਬੋਲ ਕੇ ਜਾਂ ਲਿਖ ਕੇ ਦੱਸ ਸਕਦਾ ਹੈ। ਅਸੀਂ ਪਿੱਛੇ ਵੀ ਵਿਚਾਰ ਕਰਦੇ ਹਾਂ, ਭਗਤ ਕਬੀਰ ਜੀ ਦੀ ਇਹ ਪੰਕਤੀ ਸਾਂਝੀ ਕੀਤੀ ਸੀ ਕਿ ਸਾਤ ਸਮੁੰਦਰ ਮਸ ਕਰੋ ਕਲਮ ਕਰੋ ਬਨ ਰਾਏ, ਬਸੁਦਾ ਕਾਗਦ ਜਿਉ ਕਰੋ ਤੋ ਹਰ ਜਸ ਲਿਖਣ ਨਾ ਜਾਏ। ਜੇ ਸੱਤਾਂ ਸਮੁੰਦਰਾਂ ਦੇ ਪਾਣੀ ਨੂੰ ਸਿਆਹੀ ਬਣਾ ਲਈਏ, ਜੇ ਸਾਰੇ ਧਰਤੀ ਦੇ ਜਿੰਨੇ ਪੇੜ ਪੌਦੇ ਹਨ, ਦਰਖਤ ਹਨ, ਉਹਨਾਂ ਦੀਆਂ ਕੱਟ ਕੇ ਕਲਮਾਂ ਬਣਾ ਲਈਆਂ ਜਾਣ ਅਤੇ ਸਾਰੀ ਧਰਤੀ ਨੂੰ ਕਾਗਜ਼ ਬਣਾ ਲਿਆ ਜਾਵੇ, ਤਾਂ ਵੀ ਹਰ ਜਸ ਲਿਖਣ ਨਾ ਜਾਏ। ਪਰਮਾਤਮਾ ਦੀਆਂ ਤਾਂ ਵੀ ਵਡਿਆਈਆਂ ਜਿਹੜੀਆਂ ਹਨ ਉਹ ਲਿਖੀਆਂ ਨਹੀਂ ਜਾ ਸਕਦੀਆਂ, ਕਿਉਂਕਿ ਉਸਦੇ ਭੰਡਾਰੇ ਬੇਅੰਤ ਹਨ। ਜਦੋਂ ਦੀ ਕਦੋਂ ਦੀ ਸ੍ਰਿਸ਼ਟੀ ਬਣੀ ਹੈ, ਉਸਦੇ ਭੰਡਾਰੇ ਦੇ ਵਿੱਚੋਂ ਜੀਵ ਜਿਹੜੇ ਹਨ ਉਹ ਵਸਤੂਆਂ ਵਰਤ ਰਹੇ ਹਨ, ਦਾਤਾਂ ਪ੍ਰਾਪਤ ਕਰ ਰਹੇ ਹਨ, ਪਰ ਕਦੇ ਪਰਮਾਤਮਾ ਦੇ ਖਜ਼ਾਨੇ ਦੇ ਵਿੱਚੋਂ ਕਿਸੇ ਨੂੰ ਇਹ ਜਵਾਬ ਨਹੀਂ ਮਿਲਿਆ ਹੋਵੇਗਾ ਕਿ ਤੇਰੇ ਵਾਸਤੇ ਹੁਣ ਦਾਤ ਇਹ ਖਤਮ ਹੋ ਗਈ ਹੈ, ਜਾਂ ਹੁਣ ਖਜ਼ਾਨੇ ਦੇ ਵਿੱਚ ਇਸ ਵਸਤੂ ਦੀ ਘਾਟ ਪੈ ਗਈ ਹੈ।
ਉਹ ਦੇਂਦਾ ਦੇ ਲੈਂਦੇ ਥੱਕ ਪਾਹੇ ਜੁਗਾਂ ਜੁਗੰਤਰ ਖਾਹੀ ਖਾਏ। ਉਹ ਦਿੰਦਾ ਜਾ ਰਿਹਾ ਹੈ ਅਤੇ ਅਸੀਂ ਲੈ ਲੈ ਕੇ ਵਰਤ ਕੇ ਥੱਕ ਜਾਂਦੇ, ਭਾਵ ਸਾਡਾ ਅੰਤ ਹੋ ਜਾਂਦਾ ਹੈ। ਪਰ ਉਸ ਪਰਮਾਤਮਾ ਦੀਆਂ ਵਡਿਆਈਆਂ ਦੇ ਵਿੱਚ ਕਦੇ ਵੀ ਅੰਤ ਨਹੀਂ ਆਉਂਦਾ, ਕਦੇ ਵੀ ਤੋਟ ਨਹੀਂ ਆਉਂਦਾ। ਜਿਸ ਤੂੰ ਦੇ ਤਿਸੈ ਕਿਆ ਚਾਰਾ, ਜਿਸ ਨੂੰ ਤੂੰ ਕਿਰਪਾ ਕਰਕੇ ਦਾਤਾਂ ਦੇਵੇਂ ਉਸ ਨੂੰ ਹੋਰ ਕੋਈ ਚਾਰਾ, ਹੋਰ ਕੋਈ ਉੱਦਮ ਕਰਨ ਦੀ ਜ਼ਰੂਰਤ ਨਹੀਂ ਰਹਿ ਜਾਂਦੀ, ਜਿਸ ਦੇ ਉੱਤੇ ਉਹ ਅਕਾਲ ਪੁਰਖ ਪਰਮਾਤਮਾ ਮਿਹਰਬਾਨ ਹੋ ਜਾਂਦਾ ਹੈ। ਜਿਸ ਨੂੰ ਤੂੰ ਪ੍ਰਭ ਵੱਲ ਤਿਸ ਕਿਆ ਮੋਹਿ ਛੰਦਗੀ, ਉਸ ਨੂੰ ਕਿਸੇ ਹੋਰ ਗੁਲਾਮੀ ਦੀ, ਕਿਸੇ ਹੋਰ ਚਾਕਰੀ ਦੀ, ਕਿਸੇ ਹੋਰ ਵਿਸ਼ੇਸ਼ ਵਿਧੀ ਦੇ ਨਾਲ ਉਪਰਾਲੇ ਕਰਨ ਦੀ ਜ਼ਰੂਰਤ ਨਹੀਂ ਰਹਿ ਜਾਂਦੀ। ਨਾਨਕ ਸੱਚ ਸਵਾਰਨਹਾਰਾ। ਪਾਤਸ਼ਾਹ ਜੀ ਕਿਰਪਾ ਕਰਦੇ ਹਨ ਕਿ ਉਹ ਅਕਾਲ ਪੁਰਖ ਪਰਮਾਤਮਾ ਜਿਹੜਾ ਸਦਾ ਰਹਿਣ ਵਾਲਾ ਹੈ, ਉਹ ਆਪਣੀ ਸ੍ਰਿਸ਼ਟੀ ਦੇ ਜੀਵਾਂ ਨੂੰ ਸਵਾਰਨ ਵਾਲਾ ਵੀ ਆਪ ਹੈ। ਉਹਨਾਂ ਨੂੰ ਆਪ ਬਖਸ਼ਿਸ਼ਾਂ ਦੇ ਕੇ ਉਹਨਾਂ ਦਾ ਜੀਵਨ ਜਿਹੜਾ ਹੈ ਉਹ ਪਵਿੱਤਰ ਕਰਨ ਵਾਲਾ ਹੈ। ਸਤਿਗੁਰ ਪਾਤਸ਼ਾਹ ਜੀ ਕਿਰਪਾ ਰਹਿਮਤ ਕਰਨ ਸਾਡੇ ਸਾਰਿਆਂ ਦੇ ਉੱਤੇ ਕਿ ਅਸੀਂ ਸਤਿਗੁਰੂ ਪਾਤਸ਼ਾਹ ਜੀ ਦੇ ਬਚਨਾਂ ਨੂੰ ਆਪਣੇ ਜੀਵਨ ਦਾ ਸ਼ਿੰਗਾਰ ਬਣਾਈਏ। ਜੋ ਵਿਚਾਰ ਕਰ ਰਹੇ ਹਾਂ, ਪੜ੍ਹ ਰਹੇ ਹਾਂ, ਉਹ ਆਪਣੇ ਜੀਵਨ ਦੇ ਅੰਦਰ ਹੰਢਾਉਣਾ ਵੀ ਸ਼ੁਰੂ ਕਰੀਏ, ਤਾਂ ਜੋ ਸਾਡੇ ਉੱਤੇ ਵੀ ਪ੍ਰਮਾਤਮਾ ਦੀ ਰਹਿਮਤ ਹੋਵੇ। ਸਾਡੇ ਵੀ ਹਿਰਦੇ ਘਰ ਦੇ ਅੰਦਰ ਨਾਮ ਰਸ ਦੀ ਜਿਹੜੀ ਦਾਤ ਹੈ ਉਹ ਪ੍ਰਾਪਤ ਹੋ ਜਾਏ ਜੀ। ਹੋਈਆਂ ਗਲਤੀਆਂ ਦੀ ਖਿਮਾ ਬਖਸ਼ਣੀ। ਆਓ ਰਲ ਮਿਲ ਕਰਕੇ ਇਸ ਸ਼ਬਦ ਦਾ ਪਾਠ ਕਰੀਏ, ਫਿਰ ਸਮਾਪਤੀ ਹੈ। ਆਸਾ ਮਹੱਲਾ ਪਹਿਲਾ। ਸੁਣ ਵੱਡਾ ਆਖੈ ਸਭ ਕੋਏ, ਕੇਵਡ ਵੱਡਾ ਡੀਠਾ ਹੋਏ। ਕੀਮਤ ਪਾਏ ਨਾ ਕਹਿਆ ਜਾਏ, ਕਹਿਣੇ ਵਾਲੇ ਤੇਰੇ ਰਹੇ ਸਮਾਏ। ਕਹਿਣੇ ਵਾਲੇ ਤੇਰੇ ਰਹੇ ਸਮਾਏ, ਵੱਡੇ ਮੇਰੇ ਸਾਹਿਬਾ। ਗਹਿਰ ਗੰਭੀਰਾ ਗੁਣੀ ਗਹੀਰਾ, ਕੋਇ ਨ ਜਾਣੈ ਤੇਰਾ ਕੀਤਾ ਕੇਵਡ ਚੀਰਾ। ਰਹਾਓ ਸਭ ਸੁਰਤੀ ਮਿਲ ਸੁਰਤ ਕਮਾਈ, ਸਭ ਕੀਮਤ ਮਿਲ ਕੀਮਤ ਪਾਈ। ਗਿਆਨੀ ਧਿਆਨੀ ਗੁਰ ਗੁਰ ਹਾਈ, ਕਹਿਣ ਨ ਜਾਈ ਤੇਰੀ ਤਿਲ ਵਡਿਆਈ। ਸਭ ਸਤ ਸਭ ਤਪ ਸਭ ਚੰਗਿਆਈਆਂ, ਸਿੱਧਾਂ ਪੁਰਖਾਂ ਕੀਆਂ ਵਡਿਆਈਆਂ। ਤੁਧ ਵਿਣ ਸਿਧੀ ਕਿਨੈ ਨਾ ਪਾਈਆ, ਕਰਮ ਮਿਲੈ ਨਾਹੀ ਠਾਕ ਰਹਾਈਆ। ਆਖਣ ਵਾਲਾ ਕਿਆ ਵਿਚਾਰਾ, ਸਿਵਤੀ ਭਰੇ ਤੇਰੇ ਭੰਡਾਰਾ। ਜਿਸ ਤੂੰ ਦੇਹੈ ਤਿਸੈ ਕਿਆ ਚਾਰਾ, ਨਾਨਕ ਸੱਚ ਸਵਾਰਨਹਾਰਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।